ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲੋਕਰਾਣੀ ਚੈਨਲ ਪੰਜਾਬੀ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਵੱਡੀਆਂ ਖਬਰਾਂ ਉੱਤੇ ਚਰਚਾ ਕਰਨ ਦੇ ਲਈ ਸਿਆਸੀਵਾਦ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਗੱਲਬਾਤ ਅਸੀਂ ਸ਼ੁਰੂ ਕਰਾਂਗੇ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਉਹਦੇ ਵਿੱਚ ਅੱਤਵਾਦ ਦਾ ਖਤਰਾ ਜਾਂ ਕਹਿ ਲਓ ਕਿ ਪੰਜਾਬ ਦੇ ਵਿੱਚ 15 ਅਗਸਤ ਤੋਂ ਪਹਿਲਾਂ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਨਜ਼ਰ ਆ ਰਹੀਆਂ ਨੇ, ਕਿਤੋਂ ਟਿਫਨ ਬੰਬ ਮਿਲ ਰਿਹਾ ਜਾਂ ਡਰੋਨ ਘੁੰਮ ਰਹੇ ਨੇ, ਉਹਨੂੰ ਲੈ ਕੇ ਇੱਕ ਸ਼ੰਕਾ ਜਤਾਇਆ ਗਿਆ ਜਾਂ ਕਹਿ ਲਓ ਕਿ ਖਤਰਾ ਮਹਿਸੂਸ ਹੋ ਰਿਹਾ ਕਿ 15 ਅਗਸਤ ਤੋਂ ਪਹਿਲਾਂ ਕੋਈ ਨਾ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਇੱਕ ਪਾਸੇ ਗੈਂਗਵਾਰ ਵੀ ਜਿਹੜਾ ਵਾਰਦਾਤਾਂ ਲਗਾਤਾਰ ਇਸ ਵਿੱਚ ਵਾਧਾ ਹੋ ਰਿਹਾ ਇਹਨਾਂ ਘਟਨਾਵਾਂ ਦੇ ਵਿੱਚ, ਉਹਨੂੰ ਲੈ ਕੇ ਵੀ ਚਿੰਤਾ ਜਤਾਈ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਕਿੱਥੇ ਨੇ, ਇਸ ਬਾਰੇ ਜਿਹੜੇ ਉਹ ਸਵਾਲ ਲਗਾਤਾਰ ਖੜੇ ਹੁੰਦੇ ਨੇ। ਇਸ ਉੱਤੇ ਗੱਲਬਾਤ ਕਰਾਂਗੇ। ਦੂਜਾ ਇਹ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਗੁਰਨਾਮ ਸਿੰਘ ਚੜੂੰਨੀ ਨੇ ਜਦੋਂ ਤੋਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਾਂ ਬਾਹਰ ਆ ਕੇ, ਉਹਨੂੰ ਲੈ ਕੇ 2 ਕਮੇਟੀਆਂ ਕਾਇਮ ਕੀਤੀਆਂ ਗਈਆਂ ਨੇ। ਮੋਰਚੇ ਦੇ ਵਿੱਚ ਹੁਣ ਸਵਾਲ ਜਦੋਂ ਪੰਜਾਬ ਮਿਸ਼ਨ ਦਾ ਹੁੰਦਾ ਹੈ ਜਾਂ ਚੋਣਾਂ ਲੜਨ ਦਾ ਹੁੰਦਾ ਹੈ, ਤਾਂ ਇਹਦੇ ਵਿੱਚ ਕੁਝ ਸਰਕਾਰੀ ਜਿਹੜੇ ਏਜੰਟ ਨੇ ਉਹਨਾਂ ਦੀ ਵਿੱਚ ਕਹਿ ਲਓ ਕਿ ਦਖਲ ਅੰਦਾਜ਼ੀ ਲਾ ਲਓ ਜਾਂ ਉਹਨਾਂ ਦੀਆਂ ਹਰਕਤਾਂ ਇਸ ਕਦਰ ਵੱਧਦੀਆਂ ਜਾ ਰਹੀਆਂ। ਇਹ ਚਰਚਾ ਵੀ ਹੋ ਰਹੀ ਹੈ ਕਿ ਸਰਕਾਰੀ ਏਜੰਟ ਕੌਣ ਨੇ ਜਿਹੜੇ ਕਿਸਾਨੀ ਅੰਦੋਲਨ ਦੇ ਅੰਦਰ ਦਾਖਲ ਹੋਏ ਨੇ, ਉਹਨਾਂ ਦੀ ਪਛਾਣ ਕਿਸ ਤਰ੍ਹਾਂ ਹੋਏਗੀ, ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਦੂਜੇ ਪਾਸੇ ਦੀਪ ਸਿੱਧੂ ਨੇ ਵੀ ਗੁਰਨਾਮ ਚੜੂੰਨੀ ਨੂੰ ਸਮਰਥਨ ਦਿੱਤਾ। ਉਹਨਾਂ ਨੇ ਕਿਹਾ ਕਿ ਬਿਲਕੁਲ ਪੰਜਾਬ ਮਿਸ਼ਨ ਜਾਂ ਕਹਿ ਲਓ ਕਿ ਪੰਜਾਬ ਦੇ ਆਵਾਜ਼ ਜਿਹੜੀ ਆ ਉਹ ਪੰਜਾਬੀਆਂ ਦੀ ਸੁਣਨੀ ਚਾਹੀਦੀ ਆ ਸਿਆਸਤ ਦੇ ਵਿੱਚ ਐਂਟਰ ਹੋਣ ਨੂੰ ਲੈ ਕੇ। ਹੋਰ ਵੀ ਖਬਰਾਂ ਨਾਲੋਂ ਨਾਲ ਹੋਣਗੀਆਂ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ। ਡਾਕਟਰ ਸਾਹਿਬ ਕਿੱਦਾਂ ਦੇਖਦੇ ਹੋ, ਡੀਜੀਪੀ ਸਾਹਿਬ ਨੇ ਇੱਕ ਚਿੰਤਾ ਜ਼ਾਹਰ ਕਰਦਿਆਂ ਪ੍ਰੈਸ ਕਾਨਫਰੰਸ ਕੀਤੀ ਹੈ? ਜੀ ਜੀ ਬਿਲਕੁਲ, ਉਹਨਾਂ ਦਾ ਵੱਡੇ ਬਿਆਨ ਆਏ ਨੇ ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਕਾਫੀ ਜਿਹੜੀਆਂ ਪੰਜਾਬ ਦੇ ਵਿੱਚ ਡਰੋਨ ਆ ਰਹੇ ਨੇ ਜਾਂ ਇਦਾਂ ਦੀਆਂ ਕਾਰਵਾਈਆਂ, ਗੈਂਗਸਟਰ ਲਗਾਤਾਰ ਆਪਣੀਆਂ ਕਾਰਵਾਈਆਂ ਕਰ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਵੀ ਯਾਦ ਹੈ ਕਿ ਇੱਕ ਪੁਲਿਸ ਅਧਿਕਾਰੀ ਦੀ ਵੀ ਡੈਥ ਹੋਈ ਸੀਗੀ ਔਰ ਉਸ ਤੋਂ ਬਾਅਦ ਫਿਰ ਕਲਕੱਤੇ ਜਾ ਕੇ ਜਿਹੜਾ ਸੀਗਾ ਇੱਕ ਗੈਂਗਸਟਰ ਨੂੰ ਮਾਰਿਆ ਗਿਆ ਸੀਗਾ। ਤੇ ਇਸੇ ਤਰ੍ਹਾਂ ਦੀਆਂ ਲਗਾਤਾਰ ਜੇ ਆਪਾਂ ਦੇਖੀਏ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਨੇ ਗੈਂਗਵਾਰ ਦੀਆਂ ਉਹ ਵੱਧਦੀਆਂ ਜਾ ਰਹੀਆਂ ਨੇ। ਔਰ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਅੱਤਵਾਦ ਦਾ ਡਰ ਹੈ ਇਸ ਵੇਲੇ ਖਾਸ ਤੌਰ ਤੇ 15 ਅਗਸਤ ਨੇੜੇ ਆ ਰਿਹਾ ਹੈ, ਤਾਂ ਉਹਨੂੰ ਲੈ ਕੇ ਵੀ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ ਨੇ। ਔਰ ਇਸ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਖਾਸ ਤੌਰ ਤੇ ਜਿਹੜੇ ਬਾਹਰ ਬੈਠੇ ਕੁਝ ਜਿਹੜੇ ਖਾੜਕੂ ਸੰਗਠਨ ਨੇ ਉਹ ਵੀ ਜਿਹੜੇ ਨੇ ਇੰਟਰਵੀਨ ਇਸ ਵੇਲੇ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਸੋ ਉਹਨਾਂ ਨੂੰ ਲੈ ਕੇ ਚਿੰਤਾਵਾਂ ਜ਼ਾਹਿਰ ਕੀਤੀਆਂ ਨੇ ਡੀਜੀਪੀ ਸਾਹਿਬ ਨੇ। ਇਹਦੇ ਵਿੱਚ ਸਮਝਣ ਵਾਲੀ ਇਹੀ ਗੱਲ ਹੈ ਸੁਖਵਿੰਦਰ ਜੀ ਕਿ ਜਦੋਂ 1990 ਤੋਂ ਬਾਅਦ ਚੀਜ਼ਾਂ ਬਹੁਤ ਬਦਲਦੀਆਂ ਨੇ। ਜਦੋਂ ਅਸੀਂ ਗੈਂਗਸਟਰ ਦੀ ਗੱਲ ਕਰਦੇ ਹਾਂ ਤਾਂ ਇਹਦੀ ਡੂੰਘਾਈ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਘਟਨਾਵਾਂ ਕਿਉਂ ਵਾਪਰਦੀਆਂ ਨੇ, ਗੈਂਗ ਜਿਹੜੇ ਨੇ ਗੈਂਗਸਟਰ ਕਿਉਂ ਪੈਦਾ ਹੁੰਦੇ ਨੇ। ਤਾਂ ਇਹਨੂੰ ਜਦੋਂ ਦੇਖਦੇ ਹਾਂ ਤਾਂ 1990 ਤੋਂ ਬਾਅਦ ਜਿਹੜੀਆਂ ਵੱਡੀਆਂ ਤਬਦੀਲੀਆਂ ਰਾਜਨੀਤੀ ਦੇ ਵਿੱਚ ਆਉਂਦੀਆਂ ਨੇ। ਔਰ ਖਾਸ ਤੌਰ ਤੇ ਜਦੋਂ ਪਿਛਲੇ ਸਾਲਾਂ ਦੇ ਵਿੱਚ ਜਿਹੜਾ 10 ਸਾਲ ਦਾ ਪੀਰੀਅਡ ਹੈ ਅਕਾਲੀ ਦਲ ਔਰ ਬੀਜੇਪੀ ਗਵਰਨਮੈਂਟ ਦਾ, ਤਾਂ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਵੱਡੇ ਪੱਧਰ ਤੇ ਜਿਹੜੀ ਹੈਗੀ ਹੈ ਗੈਂਗਸਟਰ ਦਾ ਜਿਹੜਾ ਹੈਗਾ ਵਾਧਾ ਹੁੰਦਾ ਪੰਜਾਬ 'ਚ ਖਾਸ ਤੌਰ ਤੇ। ਔਰ ਉਸ ਕਿਸਮ ਦਾ ਕਲਚਰ ਤੁਸੀਂ ਦੇਖੋਗੇ ਕਿ ਖਾਸ ਤੌਰ ਤੇ ਜਿਹੜਾ ਮੀਡੀਆ ਹੈ ਜਿਹਦੇ ਵਿੱਚ ਉਹਨਾਂ ਦੇ ਜਿਹੜੇ ਗਾਣੇ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਗੀਤਕਾਰ ਨੇ ਜਾਂ ਸੰਗੀਤਕਾਰ ਨੇ ਜਾਂ ਗਾਇਕ ਨੇ, ਉਹਨਾਂ ਨੂੰ ਕਿਸ ਕਿਸਮ ਦੇ ਨਾਲ ਉਭਾਰਿਆ ਜਾਂਦਾ ਹੈ। ਔਰ ਉਹਨਾਂ ਗਾਣਿਆਂ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਕਲਚਰ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਦਾ ਪੈਦਾ ਕੀਤਾ ਜਾਂਦਾ ਹੈ, ਪੇਸ਼ ਕੀਤਾ ਜਾਂਦਾ ਹੈ। ਔਰ ਜਿਹਦੇ ਨਾਲ ਕੀ ਹੁੰਦਾ ਕਿ ਸਾਡੇ ਨੌਜਵਾਨਾਂ ਨੂੰ ਉਸ ਤਰ੍ਹਾਂ ਦਾ ਬਣਨ ਦੀ ਜਿਹੜੀ ਹੈਗੀ ਹੈ ਇੱਕ ਤਰ੍ਹਾਂ ਦਾ ਸੁਨੇਹਾ ਦਿੱਤਾ ਜਾਂਦਾ ਹੈ ਉਹਨਾਂ ਗੀਤ ਔਰ ਸੰਗੀਤਾਂ ਦੇ ਰਾਹੀਂ। ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਤੁਸੀਂ ਪੋਲਿਟਿਕਸ ਦੀ ਨਜ਼ਰ ਮਾਰਦੇ ਹੋ, ਤੁਸੀਂ ਜਿਹੜੀਆਂ ਲੇਟੈਸਟ ਘਟਨਾਵਾਂ ਵੀ ਵਾਪਰੀਆਂ ਨੇ ਉਹਦੇ ਵਿੱਚ ਵੀ ਦੇਖੋਗੇ ਕਿ ਜਿਹੜੇ ਖਾਸ ਤੌਰ ਤੇ ਜਿਹੜੇ ਸਿਆਸਤਦਾਨ ਨੇ ਔਰ ਦੂਜੇ ਜਿਹੜੇ ਗੈਂਗਸਟਰ ਨੇ ਸਾਡੇ ਨੌਜਵਾਨ, ਉਹਨਾਂ ਦਾ ਬਹੁਤ ਨੇੜਲਾ ਸੰਬੰਧ ਹੈ। ਔਰ ਉਹਨਾਂ ਦੀਆਂ ਤੁਸੀਂ ਦੇਖੋਗੇ ਕਿ ਜਿਹੜੀਆਂ ਜਥੇਬੰਦੀਆਂ ਨੇ ਉਹ ਕਿਵੇਂ ਤੁਸੀਂ ਦੇਖੋਗੇ ਕਿ ਉਹ ਵਿਦਿਆਰਥੀਆਂ ਨੂੰ ਵਰਤ ਕੇ ਉਹ ਉਹਨਾਂ ਨੂੰ ਕਿਵੇਂ ਅੱਗੇ ਲਿਆਉਣਾ ਚਾਹੁੰਦੀਆਂ ਨੇ ਔਰ ਗੈਂਗਸਟਰ ਬਣਾਉਣਾ ਚਾਹੁੰਦੀਆਂ ਨੇ। ਉਹਦਾ ਕਹਿਣ ਦਾ ਮਤਲਬ ਹੈ ਕਿ ਸਾਰਾ ਕੁਝ ਮਿਲਿਆ ਜੁਲਿਆ ਹੈ। ਔਰ ਇਹਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਅਕਾਲੀ ਦਲ ਦੀ ਜਿਹੜੀ ਸਾਂਝ ਰਹੀ ਹੈ
ਗੈਂਗਸਟਰ ਦੇ ਨਾਲ, ਉਹੀ ਸਾਂਝ ਹੁਣ ਵੇਖਣ ਨੂੰ ਮਿਲ ਰਹੀ ਹੈ। ਅੱਗੇ ਜਾ ਕੇ ਜਦੋਂ ਹੁਣ ਕਾਂਗਰਸ ਦਾ ਪੀਰੀਅਡ ਆਇਆ ਤਾਂ ਉਹੀ ਚੀਜ਼ਾਂ ਜਿਹੜੀਆਂ ਸੀਗੀਆਂ ਡਿਵੈਲਪਮੈਂਟ ਉਸੇ ਤਰ੍ਹਾਂ ਦੀ ਹੁੰਦੀ ਰਹੀ। ਔਰ ਖਾਸ ਤੌਰ ਤੇ ਤੁਸੀਂ ਦੇਖੋਗੇ ਕਿ 4.5 ਸਾਲ ਦੇ ਦੌਰਾਨ ਉਹ ਇਹ ਨਹੀਂ ਹੈ ਕਿ ਘਟਿਆ ਗੈਂਗਵਾਰ, ਇਸੇ ਤਰ੍ਹਾਂ ਵੱਧਦਾ ਰਿਹਾ, ਇਸੇ ਤਰ੍ਹਾਂ ਸ਼ਰੇਆਮ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ, ਚਾਹੇ ਉਹ ਫੇਸਬੁੱਕਾਂ ਤੇ ਹੋਣ ਜਾਂ ਹੋਰ ਹੋਣ, ਉਹਨਾਂ ਦੇ ਮੈਸੇਜ ਇੱਕ ਦੂਜੇ ਨੂੰ ਮਿਲਦੇ ਰਹੇ। ਕਹਿਣ ਤੋਂ ਭਾਵ ਹੈ ਕਿ ਇਹਦੇ ਵਿੱਚ ਜਿਹੜੀਆਂ ਸਾਡੀਆਂ ਖਾਸ ਤੌਰ ਤੇ ਜਿਵੇਂ ਦਿਨਕਰ ਜੀ ਕਹਿ ਰਹੇ ਨੇ ਕਿ ਇਹਦੇ ਵਿੱਚ ਵੱਡੇ ਸਵਾਲ ਇਹੀ ਉੱਠਦੇ ਨੇ ਕਿ ਚਾਹੇ ਸਾਡੀਆਂ ਪੁਲਿਸ ਹੈ ਜਾਂ ਹੋਰ ਜਿਹੜੀਆਂ ਇਦਾਂ ਦੀਆਂ ਏਜੰਸੀਆਂ ਨੇ, ਉਹਨਾਂ ਦਾ ਕੀ ਕੰਮ ਹੈ, ਉਹਨਾਂ ਦਾ ਕੀ ਰੋਲ ਰਿਹਾ। ਉਹਨਾਂ ਨੇ ਜਾਂ ਤਾਂ ਉਹ ਰੋਲ ਨਹੀਂ ਨਿਭਾ ਰਹੀਆਂ ਜਾਂ ਉਹ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਇੰਨਾ ਨੇ ਕਿ ਉਹ ਮਜਬੂਰ ਨੇ ਇਦਾਂ ਦੀਆਂ ਵੀ ਕੋਈ ਗੱਲ ਨਹੀਂ, ਇਹ ਚੀਜ਼ ਦਾ ਹੋ ਹੀ ਜਾਣ ਦਿਓ। ਇਹਨਾਂ ਨੂੰ ਜਿਹੜਾ ਹੈਗਾ ਇੱਕ ਕਿਸਮ ਦਾ ਤਮਾਸ਼ਾ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੋ ਵਾਪਰਦਾ ਵਾਪਰਨ ਦਿਓ। ਜਿਹੜਾ ਹੈਗਾ ਇਦਾਂ ਮਤਲਬ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਡਰਾ ਕੇ ਧਮਕਾ ਕੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਰਾਜ ਸਥਾਪਿਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਇਸ ਵੇਲੇ ਵੱਡੇ ਸਵਾਲ ਪੁਲਿਸ ਏਜੰਸੀਆਂ ਤੇ ਵੀ ਚੁੱਕੇ ਜਾ ਰਹੇ ਨੇ, ਖਾਸ ਤੌਰ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਚੁੱਕ ਰਹੀਆਂ ਨੇ। ਪਰ ਸਵਾਲ ਇਹੀ ਹੈ ਕਿ ਇਹ ਜਿਹੜੇ ਗੈਂਗਸਟਰ ਪੈਦਾ ਹੁੰਦੇ ਨੇ, ਗੈਂਗਵਾਰ ਹੋ ਰਹੇ ਨੇ, ਇਹਨੂੰ ਕਿਉਂ ਨਹੀਂ ਇਹਨੂੰ ਨੱਥ ਪਾਈ ਜਾ ਰਹੀ, ਇਹਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ। ਸਾਡੇ ਜਿਹੜੇ ਨੌਜਵਾਨ ਨੇ ਕਿਉਂ ਉਹਨਾਂ ਨੂੰ ਜਿਹੜਾ ਹੈਗਾ ਚੰਗੇ ਪਾਸੇ ਨਹੀਂ ਲਾਇਆ ਜਾ ਰਿਹਾ, ਸਪੋਰਟਸ ਵਾਲੇ ਪਾਸੇ ਕਿਉਂ ਨਹੀਂ ਲਾਇਆ ਜਾ ਰਿਹਾ, ਪੜ੍ਹਨ ਵਾਲੇ ਪਾਸੇ ਕਿਉਂ ਨਹੀਂ ਲਾਇਆ ਜਾ ਰਿਹਾ, ਰੁਜ਼ਗਾਰ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ। ਅੱਜ ਅਸੀਂ ਦੇਖ ਰਹੇ ਹਾਂ ਕਿ ਇੱਕ ਜਿਹੜਾ ਹੈਗਾ ਪੋਸਟ ਦੇ ਲਈ ਲੱਖਾਂ ਜਿਹੜੀਆਂ ਨੇ ਉਹ ਐਪਲੀਕੇਸ਼ਨਸ ਆ ਰਹੀਆਂ ਨੇ ਪੰਜਾਬ ਦੇ ਵਿੱਚ। ਜਦੋਂ ਤੁਸੀਂ ਅੰਕੜੇ ਦੇਖਦੇ ਹੋ ਪੰਜਾਬ ਦੀ ਰੁਜ਼ਗਾਰ ਦੇ, ਤਾਂ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕੋਈ ਬੇਰੁਜ਼ਗਾਰੀ ਆ ਉਹ ਪੰਜਾਬ ਦੇ ਵਿੱਚ ਫੈਲੀ ਹੋਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਚਾਹੇ ਅੱਤਵਾਦ ਹੋਵੇ, ਚਾਹੇ ਗੈਂਗਵਾਰ ਹੋਣ, ਇਹਦੀਆਂ ਨਤੀਜਾ ਹੈ ਕਿ ਜਦੋਂ ਤੁਸੀਂ ਆਪਣੇ ਨੌਜਵਾਨਾਂ ਨੂੰ ਸਹੀ ਸੇਧ ਨਹੀਂ ਦਿਓਗੇ, ਰੁਜ਼ਗਾਰ ਨਹੀਂ ਦਿਓਗੇ, ਤਾਂ ਉਹਦੇ ਵਿੱਚੋਂ ਗੈਂਗਵਾਰ ਵੀ ਉੱਭਰਨਗੇ, ਗੈਂਗਸਟਰ ਵੀ ਪੈਦਾ ਹੋਣਗੇ, ਇਸ ਤਰ੍ਹਾਂ ਦੇ ਜਿਹੜੇ ਸੰਗੀਤਕਾਰ ਨੇ ਉਹ ਵੀ ਪੈਦਾ ਹੋਣਗੇ ਔਰ ਇਸ ਤਰ੍ਹਾਂ ਦੇ ਜਿਹੜੀਆਂ ਸਾਰੀਆਂ ਚੀਜ਼ਾਂ ਚੱਲਣਗੀਆਂ। ਸੋ ਉਹਦੇ ਵਿੱਚੋਂ ਹੀ ਅੱਤਵਾਦ ਜਿਹੜਾ ਹੈਗਾ ਉਹਨੂੰ ਸਪੇਸ ਮਿਲਦੀ ਹੈ ਅੱਤਵਾਦ ਦੇ ਫੈਲਣ ਨੂੰ। ਤੋ ਇਸ ਕਰਕੇ ਦਿਨਕਰ ਸਾਹਿਬ ਦੀ ਚਿੰਤਾ ਜਿਹੜੀ ਹੈਗੀ ਬਿਲਕੁਲ ਠੀਕ ਹੈ, ਪਰ ਇਹਨੂੰ ਸੁਲਝਾਉਣਾ ਕਿਨੇ? ਇਹਨੂੰ ਤਾਂ ਸਿਆਸਤ ਨੇ ਸੁਲਝਾਉਣਾ ਹੈ। ਜੇਕਰ ਦੇਖੋ ਦਿਨਕਰ ਸਾਹਿਬ ਤਾਂ ਚਿੰਤਾ ਜ਼ਾਹਿਰ ਕਰ ਸਕਦੇ ਨੇ, ਪਰ ਇਹਨੂੰ ਜਿੱਥੋਂ ਤੱਕ ਇਹਦਾ ਹੱਲ ਹੈ ਉਹ ਹੱਲ ਤਾਂ ਸਾਡੀ ਸਰਕਾਰ ਨੂੰ ਦੇਣਾ ਬਣਦਾ ਸੀਗਾ। ਕੈਪਟਨ ਸਾਹਿਬ ਘਰ ਘਰ ਨੌਕਰੀ ਦੇ ਲਾਰੇ ਉਹਨਾਂ ਨੇ ਲਾਏ ਸੀਗੇ ਔਰ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਨਸ਼ਾ ਤਸਕਰ ਦਾ ਜਿਹੜਾ ਹੈਗਾ ਉਹਨਾਂ ਦਾ ਲੱਕ ਤੋੜਾਂਗਾ, ਨਸ਼ੇ ਨੂੰ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦਿਆਂਗਾ, ਲੱਕ ਤੋੜ ਦਿਆਂਗਾ। ਸੋ ਜਦੋਂ ਉਹ ਚੀਜ਼ਾਂ ਨਹੀਂ ਹੋ ਰਹੀਆਂ, ਜਦੋਂ ਉਹ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਵਾਪਰ ਰਹੀਆਂ ਨੇ ਔਰ ਇੱਕ ਕਿਸਮ ਦਾ ਜਿਹੜਾ ਮਾਫੀਆ ਰਾਜ ਹੈ ਉਹ ਵੱਧ ਫੁੱਲ ਰਿਹਾ ਹੈ, ਤਾਂ ਮਾਫੀਏ ਦੇ ਵਿੱਚੋਂ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੈਦਾ ਹੋਣੀਆਂ ਇੱਕ ਸੁਭਾਵਿਕ ਨੇ। ਸੋ ਜਾਂ ਤਾਂ ਤੁਸੀਂ ਮਾਫੀਏ ਤੇ ਕੰਟਰੋਲ ਕਰੋ ਜਾਂ ਤੁਸੀਂ ਇਦਾਂ ਦੇ ਜਿਹੜੇ ਬਾਕੀ ਜਿਹੜੀਆਂ ਇਹਨਾਂ ਨੂੰ ਇਹ ਚੀਜ਼ਾਂ ਨੂੰ ਪੈਦਾ ਕਰਨ ਵਾਲੀਆਂ ਜਿਹੜੇ ਤੱਤ ਨੇ ਉਹਨਾਂ ਦੇ ਉੱਤੇ ਕਾਬੂ ਪਾਓ। ਫਿਰ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ 'ਚ ਖਤਮ ਹੋ ਜਾਣਗੀਆਂ। ਪਰ ਜਿੰਨੀ ਦੇਰ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਣਗੀਆਂ, ਜਿੰਨੀ ਦੇਰ ਮਾਫੀਏ ਦਾ ਰਾਜ ਚੱਲੇਗਾ, ਜਿੰਨੀ ਦੇਰ ਇੱਥੇ ਜਿਹੜਾ ਹੈਗਾ ਨਸ਼ਾ ਉਸੇ ਤਰ੍ਹਾਂ ਚਿੱਟਾ ਜਿਹੜਾ ਹੈਗਾ ਉਸ ਤਰ੍ਹਾਂ ਵਿਕਦਾ ਰਹੇਗਾ, ਆਮ ਸਧਾਰਨ ਲੋਕਾਂ ਨੂੰ ਜਿਹੜਾ ਹੈਗਾ ਪੁੜੀਆਂ ਵਿਕਦੀਆਂ ਰਹਿਣਗੀਆਂ, ਤਾਂ ਇਹ ਸਾਰੀਆਂ ਚੀਜ਼ਾਂ ਉਹਦੀ ਲੋੜ ਦੇ ਵਿੱਚੋਂ ਪੈਦਾ ਹੋਣਗੀਆਂ। ਉਹਦੇ ਵਿੱਚ ਗੈਂਗਸਟਰ ਵੀ ਪੈਦਾ ਹੋਣਗੇ, ਉਹਦੇ ਵਿੱਚ ਬੇਰੁਜ਼ਗਾਰੀ ਦੇ ਵਿੱਚੋਂ ਅੱਤਵਾਦ ਵੀ ਜਿਹੜਾ ਹੈਗਾ ਉਹ ਵੀ ਪਨਪੇਗਾ। ਸੋ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ, ਉਹਦਾ ਫਾਇਦਾ ਜਿਹੜਾ ਹੈਗਾ ਬਾਹਰਲੇ ਮੁਲਕ ਫਿਰ ਉਠਾਉਣਗੇ। ਜੇ ਤੁਹਾਡੀ ਆਪਣੀ ਬਾਡੀ ਕਮਜ਼ੋਰ ਹੈ, ਇਹ ਗੱਲ ਬਿਲਕੁਲ ਇਹ ਸਮਝ ਲੈਣੀ ਚਾਹੀਦੀ ਹੈ, ਜੇ ਤੁਹਾਡੇ ਆਪਣੀ ਜਿਹੜੀ ਆਪਣਾ ਸਰੀਰ ਹੈ ਉਹ ਕਮਜ਼ੋਰ ਹੈ ਤਾਂ ਤੁਹਾਡੀ ਬਾਹਰਲੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਇੱਕਦਮ ਅਟੈਕ ਤੁਹਾਡੇ ਤੇ ਕਰਨਗੀਆਂ। ਸੋ ਇਸ ਵੇਲੇ ਬੁਨਿਆਦੀ ਲੋੜ ਹੈ ਕਿ ਅਸੀਂ ਆਪਣਾ ਢਾਂਚਾ ਸੋਲਿਡ ਕਰੀਏ, ਆਪਣੀ ਪੰਜਾਬ ਨੂੰ ਅਸੀਂ ਖੁਸ਼ਹਾਲ ਬਣਾਈਏ, ਤਾਂ ਜਿਹੜਾ ਹੈਗਾ ਇਹਦਾ ਹੱਲ ਲੱਭਿਆ ਜਾ ਸਕਦਾ ਹੈ। ਜੇ ਅਸੀਂ ਆਪਣਾ ਪੰਜਾਬ ਨੂੰ ਕਮਜ਼ੋਰ ਕਰ ਲਿਆ, ਇੱਥੇ ਸਾਰਾ ਕੁਝ ਉਵੇਂ ਹੀ ਚੱਲ ਰਿਹਾ ਜਿਵੇਂ ਪਹਿਲਾਂ ਚੱਲਦਾ ਸੀਗਾ। ਸੋ ਜੇ ਅਸੀਂ ਉਹਨੂੰ ਠੀਕ ਨਹੀਂ ਕਰਨ ਦੀ ਕੋਸ਼ਿਸ਼ ਕਰਾਂਗੇ, ਖਾਸ ਤੌਰ ਤੇ ਸਾਡੇ ਕਿਸਾਨਾਂ ਨੂੰ ਔਰ ਨੌਜਵਾਨਾਂ ਨੂੰ ਜੇ ਅਸੀਂ ਨਹੀਂ ਕੋਈ ਰਸਤਾ ਦਿਖਾਵਾਂਗੇ ਤਾਂ ਲਾਜ਼ਮੀ ਤੌਰ ਤੇ ਇਹ ਇਸ ਤਰ੍ਹਾਂ ਦੇ ਜਿਹੜੇ ਨੇ ਪ੍ਰੋਬਲਮਸ ਆਉਣਗੀਆਂ ਹੀ ਆਉਣਗੀਆਂ। ਇਹਨੂੰ ਕੋਈ ਰੋਕ ਨਹੀਂ ਸਕਦਾ ਸੁਖਵਿੰਦਰ ਜੀ। ਬਿਲਕੁਲ ਯਕੀਨਨ ਤੌਰ ਤੇ ਕੰਟਰੋਲ ਕਰਨਾ ਚਾਹੀਦਾ ਹੈ। ਦੂਜੇ ਬੰਨੇ ਅਸੀਂ ਅਗਲੀ ਖਬਰ ਦੀ ਗੱਲ ਕਰਦੇ ਹਾਂ ਡਾਕਟਰ ਸਾਹਿਬ ਕਿ
ਕਿਸਾਨੀ ਅੰਦੋਲਨ ਦੇ ਵਿੱਚ ਹੁਣ ਸਰਕਾਰੀ ਏਜੰਟਾਂ ਦੀ ਗੱਲ ਹੋਣ ਲੱਗ ਗਈ ਹੈ ਕਿ ਕਿਹੜੇ ਸਰਕਾਰੀ ਏਜੰਟ ਨੇ ਜਾਂ ਫਿਰ ਕੀ ਕਿਸਾਨਾਂ ਦੇ ਵਿੱਚ ਇਹੋ ਜਿਹੇ ਮਤਭੇਦ ਪੈਦਾ ਹੋ ਗਏ ਨੇ ਕਿ ਇੱਕ ਦੂਜੇ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ। ਚੜੂਨੀ ਸਾਹਿਬ ਦੇ ਮਸਲੇ ਦੇ ਵਿੱਚ ਜਿਹੜਾ ਉਹ ਗੱਲਬਾਤ ਕਰਨ ਲਈ ਕਮੇਟੀ ਬਣਾਈ ਹੈ, ਹਾਲਾਂਕਿ ਕਮੇਟੀਆਂ 2 ਬਣਾਈਆਂ ਗਈਆਂ 5-5 ਮੈਂਬਰਾਂ ਦੀਆਂ, ਕਿ ਵਿਚਾਰ ਚਰਚਾ ਜਿਹੜੀ ਅੰਦਰੂਨੀ ਜਿਹੜੇ ਮਤਭੇਦ ਪੈਦਾ ਹੁੰਦੇ ਨੇ ਉਹ ਬਾਹਰ ਨਿਕਲ ਕੇ ਜਿਹੜੇ ਉਹ ਜਦੋਂ ਸਾਹਮਣੇ ਆਉਂਦੇ ਨੇ ਤਾਂ ਉਹਦੇ ਨਾਲ ਅੰਦੋਲਨ ਨੂੰ ਢਾਹ ਲੱਗਦੀ ਹੈ। ਇਸ ਕਰਕੇ ਉਹਨਾਂ ਦੇ ਮਸਲਿਆਂ ਦਾ ਹੱਲ ਵੀ ਉੱਥੇ ਬੈਠ ਕੇ ਕੀਤਾ ਜਾਵੇ। ਬਿਲਕੁਲ, ਦੇਖੋ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਜਿਹੜੀ ਪੰਚਾਇਤ ਹੁੰਦੀ ਹੈ, ਪੰਚਾਇਤ ਨੂੰ ਜਿਹੜਾ ਹੱਕ ਹੁੰਦਾ ਹੈ ਕਿ ਉਹ ਫੈਸਲੇ ਲਵੇ, ਸਭ ਦਾ, ਸਾਰਿਆਂ ਨੂੰ ਸੁਣੇ ਪਹਿਲਾਂ। ਇਹੀ ਡੈਮੋਕ੍ਰੇਸੀ ਹੈ, ਜਿਹਨੂੰ ਅਸੀਂ ਅੱਜ ਡੈਮੋਕ੍ਰੇਸੀ ਦਾ ਨਾਮ ਦਿੰਦੇ ਹਾਂ। ਇਹੀ ਡੈਮੋਕ੍ਰੇਸੀ ਹੈ ਕਿ ਸਾਰਿਆਂ ਨੂੰ ਸੁਣ ਕੇ ਤੁਸੀਂ ਕੋਈ ਉਹਦੇ ਵਿੱਚੋਂ ਜੋ ਤੱਤ ਨਿਕਲਦਾ ਹੈ, ਸਿੱਟਾ ਨਿਕਲਦਾ ਹੈ, ਉਹਦਾ ਫੈਸਲਾ ਸੁਣਾਉਣਾ ਹੁੰਦਾ ਹੈ ਉਹਦੇ ਮੁਤਾਬਕ। ਪਰ ਇੱਥੇ ਕੀ ਹੋ ਰਿਹਾ ਹੈ ਕਿ ਚੜੂਨੀ ਸਾਹਿਬ ਲਗਾਤਾਰ ਆਪਣੀ ਗੱਲ ਜਿਹੜੀ ਹੈਗੀ ਹੈ ਬਾਹਰ ਆ ਕੇ ਪ੍ਰੈਸ ਤੋਂ ਬਾਹਰ ਜਾਂਦੇ ਨੇ, ਉਹ ਪ੍ਰੈਸ ਚ ਆਉਂਦੇ ਨੇ ਔਰ ਆਪਣੀਆਂ ਵੀਡੀਓ ਵਾਇਰਲ ਕਰਦੇ ਆ। ਸੋ ਉਸ ਤੋਂ ਇਹ ਲੱਗਦਾ ਹੈ ਕਿ ਚੜੂਨੀ ਸਾਹਿਬ ਅਨੁਸ਼ਾਸਨ ਦੀ ਜਿਹੜੀ ਹੈਗੀ ਆ ਉਹ ਕਾਰਵਾਈ ਨਹੀਂ ਕਰ ਰਹੇ, ਅਨੁਸ਼ਾਸਨਬੱਧ ਨਹੀਂ ਹੈ ਉਹਨਾਂ ਦਾ ਸਾਰਾ ਸਿਲਸਿਲਾ। ਸੋ ਇਸ ਕਰਕੇ ਦਿੱਕਤ ਉੱਥੇ ਆ ਰਹੀ ਹੈ ਜਦੋਂ ਤੁਸੀਂ ਜਿਹੜੀਆਂ ਆਪਣੀ ਜੋ ਤੁਹਾਨੂੰ 32 ਜਥੇਬੰਦੀਆਂ ਜਾਂ ਵੱਧ ਜਿਹੜੀਆਂ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਮਿਲ ਕੇ ਕੋਈ ਫੈਸਲਾ ਕਰਦੀਆਂ ਨੇ, ਜਦੋਂ ਤੁਸੀਂ ਉਸ ਫੈਸਲੇ ਨੂੰ ਨਹੀਂ ਮੰਨਦੇ, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਠੀਕ ਹਾਂ ਬਾਕੀ ਜਥੇਬੰਦੀਆਂ ਗਲਤ ਨੇ, ਤਾਂ ਉੱਥੇ ਜਾ ਕੇ ਦਿੱਕਤ ਆਉਣੀ ਹੀ ਆਉਣੀ ਹੈ। ਇਹਦਾ ਮਤਲਬ ਇਹੀ ਹੈ ਕਿ ਤੁਸੀਂ ਆਪਣੀ ਜਿਹੜੀ ਤੁਹਾਡੀ ਸੋਚ ਹੈ, ਆਪਣੀ ਵਿਚਾਰਧਾਰਾ ਹੈ, ਉਹਨੂੰ ਪਹਿਲ ਦੇਣਾ ਚਾਹੁੰਦੇ ਹੋ। ਤੁਹਾਡੇ ਲਈ 3 ਕਾਲੇ ਕਾਨੂੰਨ ਢੱਠੇ ਖੂਹ 'ਚ ਜਾਣ, ਤੁਹਾਡੇ ਲਈ ਇਹ ਸੰਘਰਸ਼ ਜਿਹੜਾ ਹੈਗਾ ਜਿੱਥੇ ਜਾਂਦਾ ਜਾਵੇ। ਤੁਸੀਂ ਕੀ ਹੈ, ਇੱਕ ਆਪਣੀ ਅੜੀ ਤੇ ਆ ਗਏ ਕਿ ਮੈਂ ਤਾਂ ਚੋਣਾਂ ਲੜਨੀਆਂ ਨੇ। ਸੋ ਇਦਾਂ ਦੀਆਂ ਗੱਲਾਂ ਜਦੋਂ ਤੁਸੀਂ ਕਰਦੇ ਹੋ ਤਾਂ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਇਸ ਸੰਘਰਸ਼ ਨੂੰ ਦੇ ਵਿੱਚ ਫੁੱਟ ਪਾਉਣਾ ਚਾਹੁੰਦੇ ਹੋ, ਤੁਸੀਂ ਇਸ ਸੰਘਰਸ਼ ਨੂੰ ਤਾਰ ਪੀੜੋ ਕਰਨਾ ਚਾਹੁੰਦੇ ਹੋ, ਖਤਮ ਕਰਨਾ ਚਾਹੁੰਦੇ ਹੋ। ਸੋ ਇਸ ਕਰਕੇ ਚੜੂਨੀ ਸਾਹਿਬ ਨੂੰ ਇਹੀ ਚਾਹੀਦਾ ਹੈ ਕਿ ਹੁਣ ਜਿਹੜੀ ਇਹ ਨਵੀਆਂ ਜਿਹੜੀਆਂ ਨੇ ਬਣੀਆਂ ਨੇ ਕਮੇਟੀਆਂ, ਤਾਂ ਉਹਨਾਂ ਦੇ ਵਿੱਚ ਆਪਣੀ ਗੱਲ ਰੱਖ ਸਕਦੇ ਆ। ਉਹ ਇਸ ਲਈ ਬਣਾਈਆਂ ਗਈਆਂ ਨੇ ਕਿ ਚੜੂਨੀ ਸਾਹਿਬ ਨੂੰ ਜੇ ਕੋਈ ਸਮੱਸਿਆ ਹੈ ਤਾਂ ਲਾਜ਼ਮੀ ਤੌਰ ਤੇ ਤੁਸੀਂ ਇਹਨਾਂ ਕਮੇਟੀਆਂ ਦੇ ਅੱਗੇ ਆਪਣੀ ਸਮੱਸਿਆ ਰੱਖੋ, ਉਹਦਾ ਕੀ ਹੱਲ ਨਿਕਲ ਸਕਦਾ। ਜੇ ਤੁਹਾਡੀ ਨੀਤ ਸਾਫ਼ ਹੈ ਤਾਂ ਲਾਜ਼ਮੀ ਤੌਰ ਤੇ ਉਹਦਾ ਹੱਲ ਵੀ ਨਿਕਲੇਗਾ। ਪਰ ਜੇ ਤੁਹਾਡੀ ਨੀਤ ਸਾਫ਼ ਨਹੀਂ ਹੈ ਤਾਂ ਤੁਸੀਂ ਚਾਹੇ ਇਹ ਕਮੇਟੀਆਂ ਕਿੰਨੀਆਂ ਮਰਜ਼ੀ ਕੋਸ਼ਿਸ਼ ਕਰ ਲੈਣ, ਤੁਹਾਡਾ ਹੱਲ ਨਹੀਂ ਕੱਢ ਸਕਦੀਆਂ। ਪਰ ਆਪਾਂ ਦੇਖ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਹੈਗਾ ਹੋਰ ਜ਼ਿਆਦਾ ਵੱਧ ਰਿਹਾ ਹੈ। ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੀਪ ਸਿੱਧੂ ਜਿਹੜਾ ਹੈਗਾ, ਜਿਹਨੇ 26 ਜਨਵਰੀ ਵਾਲੇ ਦਿਨ, ਉੱਥੇ ਆਪਾਂ ਨੂੰ ਵੀ ਪਤਾ ਹੈ ਕਿ ਕਿੱਡਾ ਵੱਡਾ ਖਤਰਾ ਇਸ ਸੰਗਠਨ ਦੇ ਤੇ ਇਸ ਸੰਘਰਸ਼ ਦੇ ਉੱਤੇ ਆ ਗਿਆ ਸੀਗਾ। ਔਰ ਉਸ ਸੰਘਰਸ਼ ਨੂੰ ਜੇਕਰ ਉਸ ਵੇਲੇ ਟਕੈਤ ਸਾਹਿਬ ਨੇ ਹੰਝੂ ਨਾ ਵਹਾਏ ਹੁੰਦੇ ਔਰ ਇਹ ਹੁਣ ਤੱਕ ਜਿਹੜਾ ਹੈਗਾ ਖਿੰਡ ਜਾਣਾ ਸੀਗਾ। ਸੋ ਉਸ ਕਰਕੇ ਉਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਲੈ ਕੇ ਆਉਣੀ ਚਾਹੀਦੀ। ਔਰ ਆਪਾਂ ਨੂੰ ਵੀ ਪਤਾ ਹੈ ਕਿ ਚੜੂਨੀ ਸਾਹਿਬ ਨੂੰ ਆਪਣਾ ਜਿਹੜਾ ਅੜੀਅਲ ਰਵੱਈਆ ਹੈ ਕਿ ਚੋਣਾਂ ਲੜਨ ਦਾ, ਮੈਂ ਫੇਰ ਕਹਿਣਾ ਚਾਹੁੰਦਾ ਕਿ ਚੋਣਾਂ ਲੜਨ, ਕੋਈ ਗੱਲ ਨਹੀਂ, ਉਹਨਾਂ ਨੂੰ ਬਹੁਤ ਮੌਕੇ ਮਿਲਣਗੇ ਚੋਣਾਂ ਲੜਨ ਦੇ। ਔਰ ਹਿੰਦੁਸਤਾਨ ਐਸਾ ਮੁਲਕ ਹੈ, ਇੱਥੇ ਚੋਣਾਂ ਤਾਂ ਹੁੰਦੀਆਂ ਰਹਿੰਦੀਆਂ ਨੇ, ਕੋਈ ਨਾ ਕੋਈ ਚੋਣਾਂ ਹੁੰਦੀਆਂ ਰਹਿੰਦੀਆਂ ਨੇ। ਉਹਨਾਂ ਨੂੰ 24 ਦੇ ਵਿੱਚ ਹਰਿਆਣੇ ਦੇ ਲਈ ਵਿਧਾਨ ਸਭਾ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ, ਉਹਨਾਂ ਨੂੰ ਲੋਕ ਸਭਾ ਦੇ ਵਿੱਚ ਜਾਣ ਦੀ ਤਿਆਰੀ ਕਰਨੀ ਚਾਹੀਦੀ ਹੈ। 24 ਦੇ ਵਿੱਚ ਅਗਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਦੋਂ ਤਿਆਰੀ ਕਰਨ, ਸਗੋਂ ਹਜੇ ਉਹਨਾਂ ਕੋਲ ਸਮਾਂ ਹੈ। ਪਰ ਜੇ ਅੱਜ ਜਿਹੜਾ ਹੈਗਾ ਇਹ ਵਿੱਚ ਛੱਡ ਕੇ, ਇਹ ਸੰਘਰਸ਼ ਜਿਹੜਾ ਹੈਗਾ ਵਿੱਚੇ ਛੱਡ ਕੇ ਤੁਸੀਂ ਇਹ ਕਹੋ ਵੀ ਕਾਲੇ ਜਿਹੜੇ 3 ਕਾਲੇ ਕਾਨੂੰਨ ਨੇ ਉਹਨੂੰ ਲਾਗੂ ਕਰਾਏ ਬਿਨਾਂ ਹੀ ਅਸੀਂ ਜਿਹੜਾ ਹੈਗਾ ਆਪਣੀ એનર્ਜੀ ਦੂਜੇ ਪਾਸੇ ਲਾ ਜਾਓ, ਆਪਣੀ એનર્ਜੀ ਨੂੰ ਜਿਹੜਾ ਹੈਗਾ ਸ਼ਿਫਟ ਕਰ ਦਿਓ। ਸੋ ਉੱਥੋਂ ਮੈਨੂੰ ਲੱਗਦਾ ਹੈ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ। ਹਜੇ ਤੁਹਾਡੇ ਕੋਲ ਜਿੰਨੀ એનર્ਜੀ ਹੈ ਉਹਨੂੰ ਫੋਕਸ ਆਪਣੀ ਜਿਹੜੀ ਹੈਗੀ ਹੈ ਇਹ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਦੇ ਉੱਤੇ ਹੀ ਲਾਉਣੀ ਚਾਹੀਦੀ ਹੈ, ਨਾ ਕਿ ਆਪਣੀ એનર્ਜੀ ਨੂੰ ਇੱਧਰ ਉੱਧਰ ਖਿੰਡਾ ਕੇ ਇਸ ਸੰਘਰਸ਼ ਨੂੰ ਜਿਹੜਾ ਹੈਗਾ ਡੀਰੇਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਚੜੂਨੀ ਸਾਹਿਬ ਨੂੰ। ਸੁਖਵਿੰਦਰ ਜੀ ਜੀ ਬਿਲਕੁਲ। ਡਾਕਟਰ ਸਾਹਿਬ, ਦੂਜੇ ਪਾਸੇ ਸਰਕਾਰ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 19,500 ਕਰੋੜ ਰੁਪਇਆ ਮੋਦੀ ਸਾਹਿਬ ਨੇ ਅੱਜ ਵੰਡਿਆ ਤੇ ਉਧਰ ਨਰਿੰਦਰ ਤੋਮਰ ਜਿਹੜੇ ਨੇ ਕੇਂਦਰੀ ਖੇਤੀ ਮੰਤਰੀ, ਉਹ ਵੀ ਮੋਦੀ ਸਾਹਿਬ ਦਾ ਧੰਨਵਾਦ ਕਰਦੇ ਨਜ਼ਰ ਆਏ। ਪਰ ਕਿਸਾਨਾਂ ਦੇ ਵਿੱਚ ਚਰਚਾ ਇਹ ਕਿ 6,000 ਰੁਪਏ ਨਾਲ ਸਾਲ ਦਾ ਤੁਸੀਂ ਇੱਕ ਆਪਣੇ ਵੱਲੋਂ ਕਹਿ ਰਹੇ ਹੋ ਕਿ ਅਸੀਂ ਰਾਹਤ ਰਾਸ਼ੀ ਦਿੰਦੇ ਹਾਂ ਇਹਨਾਂ ਨੂੰ, ਕਿਸਾਨਾਂ ਦੇ ਸਨਮਾਨ ਦੇ ਵਿੱਚ 2,000 ਰੁਪਏ ਤਕਰੀਬਨ 4 ਕੁ ਮਹੀਨਿਆਂ ਬਾਅਦ ਜਿਹੜਾ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਂਦਾ।
ਸਰਕਾਰ ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਚਰਚਾ ਛੇੜਨੀ ਚਾਹੁੰਦੀ ਹੈ ਕਿ ਅਸੀਂ ਤਾਂ ਕਿਸਾਨਾਂ ਦੇ ਸਨਮਾਨ ਦੇ ਵਿੱਚ, ਅਸੀਂ ਤਾਂ ਕਿਸਾਨਾਂ ਦੇ ਮਸਲਿਆਂ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕਰਨਾ ਵੀ ਚਾਹੁੰਦੇ ਹਾਂ, ਤੇ ਆਹ ਦੇਖੋ ਅਸੀਂ ਕਿਸਾਨਾਂ ਲਈ ਕਰ ਵੀ ਰਹੇ ਹਾਂ ਜੋ ਅਸੀਂ ਕਰਨਾ ਚਾਹੁੰਦੇ ਹਾਂ। ਸੁਖਵਿੰਦਰ ਜੀ, ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ, ਉਹਨਾਂ ਨੇ ਆਮ ਲੋਕਾਂ ਨੂੰ ਭਿਖਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹੀ ਕੰਮ ਮੋਦੀ ਸਾਹਿਬ ਔਰ ਬੀਜੇਪੀ ਸਰਕਾਰ ਇਸ ਵੇਲੇ ਕਰ ਰਹੀ ਹੈ। ਔਰ ਉਹਨਾਂ ਨੂੰ ਲੱਗਦਾ ਹੈ ਕਿ 2-2 ਹਜ਼ਾਰ ਰੁਪਇਆ ਪਾ ਕੇ ਸ਼ਾਇਦ ਕਿਸਾਨ ਸਾਨੂੰ ਵੋਟਾਂ ਦੇਣਗੇ, ਅਗਲੀਆਂ 24 ਦੇ ਵਿੱਚ ਸਾਨੂੰ ਜਿਤਾ ਦੇਣਗੇ ਔਰ ਉਹਨਾਂ ਦਾ ਗੁਜ਼ਾਰਾ ਹੋ ਜਾਏਗਾ। ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਹੀ ਵਾਪਸ ਕਰਵਾ ਦਿਓ। ਉਹਨਾਂ ਦੀਆਂ ਜ਼ਮੀਨਾਂ ਖੋਹਣ ਲਈ ਜਿਹੜੇ ਇਹ ਕਾਨੂੰਨ ਬਣਾਏ ਨੇ ਉਹ ਵਾਪਸ ਕਰ ਲਓ। ਤੁਸੀਂ ਉਹਨਾਂ ਨੂੰ ਸਹੀ MSP ਦੇ ਦਿਓ। ਤੁਸੀਂ MSP ਇਹ ਕਿਉਂ ਹੋ ਰਿਹਾ ਹੈ ਇਸ ਵੇਲੇ ਕਿ MSP ਸਿਰਫ ਪੰਜਾਬ, ਹਰਿਆਣੇ ਔਰ ਕੁਝ ਏਰੀਏ ਦਾ ਜਿਹੜਾ UP ਹੈ ਉਹਨਾਂ ਕਿਸਾਨਾਂ ਨੂੰ ਹੀ ਦਿੱਤੀ ਜਾ ਰਹੀ ਹੈ। ਤੁਸੀਂ ਜੇ ਇੰਨਾ ਤੁਹਾਨੂੰ ਸ਼ੌਕ ਹੈ ਪੈਸੇ ਵੰਡਣ ਦਾ, ਤੁਸੀਂ ਲੋਕਾਂ ਨੂੰ MSP ਦੇ ਦਿਓ, ਕਿਸਾਨਾਂ ਨੂੰ, ਵਿਚਾਰਿਆਂ ਨੂੰ। ਸਾਰੇ ਪੂਰੇ ਇੰਡੀਆ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਵਿੱਚ MSP ਦਾ ਲਾਅ ਲਾਗੂ ਕਰ ਦਿਓ ਤਾਂ ਕਿ ਪੈਸੇ ਲੋਕ ਜਿਹੜੇ ਨੇ ਆਪ ਹੀ ਉਹਨਾਂ ਕੋਲੇ ਆ ਜਾਣਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਭਿਖਾਰੀ ਬਣਾਉਣਾ ਚਾਹੁੰਦੀਆਂ ਨੇ ਔਰ ਉਹਨਾਂ ਨੂੰ ਜਿਵੇਂ ਇਹ ਚਾਹੁੰਦੀਆਂ ਨੇ ਰੱਖਣਾ ਚਾਹੁੰਦੀਆਂ ਨੇ। ਇੱਕ ਪਾਸੇ ਉਹਨਾਂ ਨੂੰ ਸਹੀ ਕੀਮਤ ਨਹੀਂ ਉਹਨਾਂ ਦੀਆਂ ਫਸਲਾਂ ਦੀ ਦਿੱਤੀ ਜਾ ਰਹੀ ਔਰ ਉਹਨਾਂ ਦਾ ਜਿਹੜਾ ਹੈਗਾ ਮਿਹਨਤਾਨਾ ਨਹੀਂ ਜਿਹੜਾ ਹੈਗਾ ਮਿਲ ਰਿਹਾ, ਔਰ ਦੂਜੇ ਪਾਸੇ ਉੱਤੋਂ ਉਹਨਾਂ ਦੀ ਜਿਹੜੀ ਜ਼ਮੀਨ ਖੋਹਣ ਲਈ ਉਹਨਾਂ ਨੂੰ ਮਜ਼ਦੂਰ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਔਰ ਇਹ 3 ਕਾਲੇ ਕਾਨੂੰਨ ਲਿਆਂਦੇ ਜਾ ਰਹੇ ਨੇ। ਤੁਸੀਂ ਜੇ ਉਹਨਾਂ ਦੇ ਹਤੈਸ਼ੀ ਹੋ ਕਿਸਾਨਾਂ ਦੇ, ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਇਹ 3 ਕਾਲੇ ਕਾਨੂੰਨ ਵਾਪਸ ਕਰਨੇ ਚਾਹੀਦੇ ਨੇ। ਉਹਨਾਂ ਕੋਲੇ ਪੈਸੇ ਜਿਹੜੇ ਨੇ ਆਪਣੇ ਆਪ ਹੀ ਆ ਜਾਣਗੇ, ਕਿਉਂ ਤੁਹਾਡੇ ਕੋਲੋਂ ਉਹਨਾਂ ਨੂੰ ਭੀਖ ਮੰਗਣੀ ਪਏਗੀ। ਸੋ ਜਿਹੜੀਆਂ ਵੀ ਸਰਕਾਰਾਂ ਆਪਣੇ ਲੋਕਾਂ ਨੂੰ ਭਿਖਾਰੀ ਬਣਾਉਣਾ ਚਾਹੁੰਦੀਆਂ ਨੇ, ਔਰ ਵੱਡੀ ਗੱਲ ਇਹ ਹੁੰਦੀ ਹੈ ਕਿ ਜਿਸ ਮੁਲਕ ਦਾ ਜਿਹੜਾ ਰਾਜਾ ਹੁੰਦਾ, ਜਿਸ ਮੁਲਕ ਦਾ ਪ੍ਰਧਾਨ ਮੰਤਰੀ ਵਪਾਰੀ ਹੋਵੇ, ਉਸ ਮੁਲਕ ਦੇ ਜਨਤਾ ਜਿਹੜੀ ਹੈਗੀ ਭਿਖਾਰੀ ਬਣਨੀ ਹੈ। ਔਰ ਇਸ ਮੁਲਕ ਦੇ ਰਾਜੇ ਨੇ, ਇਸ ਮੁਲਕ ਦੇ ਮੋਦੀ ਸਾਹਿਬ ਨੇ ਜਨਤਾ ਨੂੰ, ਕਿਸਾਨਾਂ ਨੂੰ ਭਿਖਾਰੀ ਬਣਾ ਕੇ ਛੱਡਿਆ ਔਰ ਹੋਰ ਭਿਖਾਰੀ ਬਣਾਉਣਾ ਚਾਹੁੰਦਾ ਹੈ। ਜਿਹੜੀ ਮਾੜੀ ਮੋਟੀ ਲੋਕੀ ਰੋਟੀ ਖਾਂਦੇ ਨੇ, ਕਿਸਾਨ ਰੋਟੀ ਖਾਂਦੇ ਨੇ ਇਸ ਵੇਲੇ, ਉਹ ਵੀ ਉਹਨਾਂ ਤੋਂ ਖੋਹਣਾ ਚਾਹੁੰਦਾ ਹੈ ਔਰ ਉਹਨਾਂ ਨੂੰ ਆਪਣੇ ਇਸ ਮਾੜੇ ਮੋਟੇ ਜਿਹੜਾ ਹੈਗਾ ਦਾਣਾ ਪਾ ਕੇ, ਬੁਰਕੀ ਪਾ ਕੇ ਉਹਨਾਂ ਤੋਂ ਵੋਟਾਂ ਲੈਣੀਆਂ ਚਾਹੁੰਦੇ ਨੇ ਮੋਦੀ ਸਾਹਿਬ। ਸੋ ਇਸ ਕਰਕੇ ਸਾਨੂੰ ਬਚਣਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਨੇ ਉਹਦੇ ਤੋਂ ਕਿਸਾਨਾਂ ਨੂੰ ਜਿਹੜਾ ਹੈਗਾ ਸੁਚੇਤ ਹੋ ਕੇ, ਖਾਸ ਤੌਰ ਤੇ ਸਾਡਾ ਜਿਹੜੇ ਬਾਕੀ ਜਿਹੜੇ ਸਟੇਟਾਂ ਦੇ ਜਿਹੜੇ ਨੇ ਕਿਸਾਨ ਨੇ, ਚਾਹੇ ਉਹ UP ਦੇ ਹੋਣ, ਬਿਹਾਰ ਦੇ ਹੋਣ ਔਰ ਮੱਧ ਪ੍ਰਦੇਸ਼ ਦੇ ਹੋਣ, ਤਾਮਿਲਨਾਡੂ ਦੇ ਹੋਣ, ਬਾਕੀ ਸਟੇਟਾਂ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਔਰ ਮੋਦੀ ਸਾਹਿਬ ਦੀ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਔਰ ਉਹਨਾਂ ਨੂੰ ਇਹੀ ਕਹਿਣਾ ਚਾਹੀਦਾ ਕਿ ਸਾਨੂੰ ਭੀਖ ਨਹੀਂ ਚਾਹੀਦੀ, ਸਾਨੂੰ ਸਾਡੇ ਆਪਣੇ ਹੱਕ ਚਾਹੀਦੇ ਨੇ। ਜਿੰਨੀ ਦੇਰ ਹੱਕ ਨਹੀਂ ਮੰਗਾਂਗੇ ਅਸੀਂ, ਜਿੰਨੀ ਦੇਰ ਹੱਕ ਦਾ ਮਤਲਬ ਇਹੀ ਹੈ ਕਿ ਆਪਣੀ MSP ਮੰਗੋ। ਤੁਸੀਂ ਆਪਣੇ ਫਸਲਾਂ ਦੇ ਉੱਤੇ, ਜਿਹੜੀਆਂ 22-23 ਫਸਲਾਂ ਨੇ ਉਹਨਾਂ ਦੇ ਉੱਤੇ ਪ੍ਰੋਪਰ MSP ਮਿਲੇ ਕਿਸਾਨਾਂ ਨੂੰ ਔਰ ਕਿਸਾਨ ਆਪਣੇ ਆਪ ਹੀ ਅਮੀਰ ਹੋ ਜਾਣਗੇ, ਉਹਨਾਂ ਨੂੰ ਭੀਖ ਦੀ ਲੋੜ ਨਹੀਂ ਹੈ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਇਸ ਵੇਲੇ ਜਿਹੜੀ ਇਦਾਂ ਦੀ ਕਾਰਵਾਈ ਹੈ ਇਹ ਸਿਰਫ ਤੇ ਸਿਰਫ ਕਿਸਾਨਾਂ ਨੂੰ ਕਮਜ਼ੋਰ ਕਰਨ ਦੇ ਲਈ ਹੈ, ਉਹਨਾਂ ਨੂੰ ਭਿਖਾਰੀ ਬਣਾਉਣ ਦੇ ਲਈ ਕੋਸ਼ਿਸ਼ ਹੈ, ਹੋਰ ਕੁਝ ਨਹੀਂ ਹੈ। ਉਹਨਾਂ ਤੋਂ ਇਦਾਂ ਭੀਖ ਦੇ ਕੇ ਵੋਟਾਂ ਮੰਗਣ ਦੀ ਸਿਆਸਤ ਹੈ, ਇਹਦੇ ਤੋਂ ਸਾਨੂੰ ਜਿਹੜਾ ਹੈਗਾ ਗੁਰੇਜ਼ ਕਰਨਾ ਚਾਹੀਦਾ। ਸੁਖਵਿੰਦਰ ਜੀ, ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇੱਧਰ ਜਿਹੜਾ ਮੁਫਤਖੋਰੀ, ਬਿਜਲੀ ਕਦੇ ਕਹਿਤਾ ਅਸੀਂ ਸਸਤੀ ਦੇ ਦਿਆਂ, ਕਦੇ ਕੁਝ ਦੇ ਦਿਆਂਗੇ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਇੱਕ ਬਿਆਨ ਸਾਹਮਣੇ ਆਇਆ, ਉਹਨਾਂ ਨੇ ਕਿਹਾ ਕਿ ਲੋਕ ਬੇਵਕੂਫ ਨਹੀਂ, ਤੁਸੀਂ ਲੋਕਾਂ ਨੂੰ ਬਿਜਲੀ ਦੇ ਮੁੱਦੇ ਤੇ ਬੇਵਕੂਫ ਨਹੀਂ ਬਣਾ ਸਕਦੇ। ਪਰ ਇਹਦੇ ਵਿੱਚ ਜੇ ਆਪਾਂ ਗੱਲ ਛੇੜੀਏ ਤਾਂ ਮਸਲੇ ਜਿੰਨੇ ਵੀ ਨੇ ਪੰਜਾਬ ਦੇ ਵਿੱਚ, ਹੁਣ ਲੋਕ ਬਹੁਤ ਨੇੜਿਓਂ ਸਮਝ ਰਹੇ ਨੇ ਕਿ ਉਹਨਾਂ ਨੂੰ ਕਿਵੇਂ ਬੇਵਕੂਫ ਬਣਾਇਆ ਜਾਂਦਾ, ਕਿਵੇਂ ਚੋਣਾਂ ਆਉਣ ਤੋਂ ਪਹਿਲਾਂ ਜਾਂ ਚੋਣਾਂ ਆਉਣ ਤੋਂ ਬਾਅਦ ਕਿਸ ਤਰ੍ਹਾਂ ਦਾ ਹਸ਼ਰ ਉਹਨਾਂ ਦੇ ਨਾਲ ਜਾਂ ਪੰਜਾਬ ਦੇ ਨਾਲ ਕਿਸ ਤਰ੍ਹਾਂ ਦੀ ਵਿਤਕਰੇਬਾਜ਼ੀ ਹੁੰਦੀ ਹੈ, ਉਹ ਸਾਰਾ ਕੁਝ ਲੋਕਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਸਮਝ ਆ ਰਿਹਾ। ਬਿਲਕੁਲ ਬਿਲਕੁਲ, ਤੁਸੀਂ ਦੇਖੋਗੇ ਕਿ ਚਾਹੇ ਪਿਛਲੀ ਜਿਹੜੀ 10 ਸਾਲਾਂ ਦੀ ਅਕਾਲੀ ਦਲ BJP ਦੀ ਸਰਕਾਰ ਹੋਵੇ, ਚਾਹੇ 4.5 ਸਾਲਾਂ ਦੀ ਕਾਂਗਰਸੀ ਸਰਕਾਰ ਹੋਵੇ, ਇਹਨਾਂ ਨੇ ਬਿਜਲੀ ਦੇ ਉੱਤੇ ਲੋਕਾਂ ਨੂੰ ਬੁੱਧੂ ਬਣਾਇਆ। ਅੱਜ ਤੱਕ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਬਿਜਲੀ ਕੰਪਨੀਆਂ ਦੇ ਨਾਲ ਸਮਝੌਤੇ ਕੀਤੇ ਗਏ, ਉਹ ਸਮਝੌਤੇ ਕਿਉਂ ਕੀਤੇ ਗਏ? ਉਹ ਇਸ ਲਈ ਕੀਤੇ ਗਏ ਸੀਗੇ ਕਿ ਜਿਹੜੇ ਸਾਡੇ 3 ਸਰਕਾਰੀ ਥਰਮਲ ਪਲਾਂਟ ਨੇ, ਜਿਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਚਾਹੇ ਹਰਾ ਇਨਕਲਾਬ ਦੀ ਗੱਲ ਹੋਵੇ ਜਾਂ ਹੋਰ ਜਿਹੜੇ ਨੇ, ਉਹਨਾਂ ਨੂੰ ਜਿਹੜਾ ਹੈਗਾ ਕਰਨ ਦੇ ਵਿੱਚ, ਉਹਨਾਂ ਨੂੰ ਡਿਵੈਲਪ ਕਰਨ ਦੇ ਵਿੱਚ ਇਹਨਾਂ ਸਰਕਾਰੀ ਜਿਹੜੇ ਸੀਗੇ ਉਹਨਾਂ ਦਾ ਬਹੁਤ ਵੱਡਾ ਰੋਲ ਸੀਗਾ
ਔਰ ਹੋਇਆ ਕਿ ਉਹਨਾਂ ਨੇ ਕਿਹਾ, ਬਾਦਲ ਸਾਹਿਬ ਨੇ ਔਰ ਅਕਾਲੀ ਦਲ ਨੇ, ਕਿ ਸਾਨੂੰ ਜਿਹੜਾ ਹੈਗਾ ਇਸ ਵੇਲੇ ਸਾਡੇ ਕੋਲ ਪੈਸਾ ਨਹੀਂ ਹੈ, ਅਸੀਂ ਪੈਸਾ ਨਹੀਂ ਖਰਚ ਸਕਦੇ, ਇਸ ਕਰਕੇ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਇੱਥੇ ਆ ਕੇ ਆਪਣੇ ਥਰਮਲ ਪਲਾਂਟ ਲਾਉਣ ਔਰ ਲੋਕਾਂ ਨੂੰ ਬਿਜਲੀ ਮੁਹੱਈਆ ਕਰਾਉਣ। ਸੋ ਇੱਕ ਤਰ੍ਹਾਂ ਨਾਲ ਉਹ ਜਿਹੜਾ ਸਾਰਾ ਸਰਕਾਰੀ ਸਾਡੇ ਜਿਹੜੇ ਵੱਡੇ ਵੱਡੇ ਜਿਹੜੇ ਥਰਮਲ ਪਲਾਂਟ ਸੀਗੇ ਉਹਨਾਂ ਨੂੰ ਖਤਮ ਕੀਤਾ ਗਿਆ, ਉਹਨਾਂ ਨੂੰ ਜ਼ੀਰੋ ਕੀਤਾ ਗਿਆ। ਆਪਾਂ ਨੂੰ ਵੀ ਪਤਾ ਹੈ ਕਿ ਤੁਹਾਨੂੰ ਯਾਦ ਹੋਏਗਾ ਕਿ ਕਿਸੇ ਵੇਲੇ ਮਨਪ੍ਰੀਤ ਬਾਦਲ ਸਾਹਿਬ ਜਦੋਂ ਉਹਨਾਂ ਨੇ ਕਿਹਾ ਸੀਗਾ ਚੋਣਾਂ ਦੇ ਦੌਰਾਨ, ਖਾਸ ਤੌਰ ਤੇ 17 ਦੇ ਵਿੱਚ, ਕਿ ਅਸੀਂ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਜਿਹੜਾ ਥਰਮਲ ਪਲਾਂਟ ਬਠਿੰਡੇ ਦੇ ਵਿੱਚ ਬਣਿਆ ਹੋਇਆ, ਅਸੀਂ ਉਹਨਾਂ ਦੀਆਂ ਉਸ ਦੀਆਂ ਚਿਮਨੀਆਂ ਦੇ ਵਿੱਚੋਂ ਧੂਆਂ ਕੱਢਣਾ ਵੇਖਣਾ ਚਾਹੁੰਦੇ ਹਾਂ। ਔਰ ਆਪਾਂ ਨੂੰ ਵੀ ਪਤਾ ਹੈ ਕਿ ਪਰ ਬਾਅਦ ਦੇ ਵਿੱਚ ਉਹੀ ਮਨਪ੍ਰੀਤ ਬਾਦਲ ਸਾਹਿਬ ਉਹ ਮੁੱਕਰ ਗਏ ਔਰ ਉਹਨਾਂ ਨੇ ਉਹ ਬਿਲਕੁਲ ਹੀ ਬੰਦ ਹੀ ਕਰਵਾਤਾ ਉਹ ਥਰਮਲ ਪਲਾਂਟ। ਨਤੀਜਾ ਕੀ ਹੋਇਆ ਕਿ ਇਸ ਵੇਲੇ ਜਿਹੜੀ ਹੈਗੇ ਸਾਰਾ ਪ੍ਰਾਈਵੇਟ ਕੰਪਨੀਆਂ ਨੂੰ ਜਿਹੜਾ ਹੈਗਾ ਬਿਜਲੀ ਜਿਹੜੀ ਹੈਗੀ ਦੇਣ ਦੀ ਪੂਰੀ ਸਹੂਲਤ ਉਹਨਾਂ ਨੂੰ ਦਿੱਤੀ ਗਈ ਔਰ ਉਹ ਸਮਝੌਤੇ ਕੀਤੇ ਗਏ। ਔਰ ਜਿਹੜੇ ਕੈਪਟਨ ਸਾਹਿਬ ਕਹਿੰਦੇ ਸੀਗੇ ਕਿ ਸਮਝੌਤੇ ਰੱਦ ਕਰਾਂਗੇ, ਉਹ ਮੁੜ ਕੇ ਉਹਨਾਂ ਨੇ ਸਮਝੌਤੇ ਜਿਹੜੇ ਰੱਦ ਤਾਂ ਕੀ ਕਰਨੇ ਸੀਗੇ, 4.5 ਸਾਲ ਉਹ ਬਿਲਕੁਲ ਬੋਲੇ ਹੀ ਨਹੀਂ ਹੈਗੇ। ਲਗਾਤਾਰ ਉਹਨਾਂ ਨੂੰ ਮਲਟੀਨੇਸ਼ਨਲ ਕੰਪਨੀਆਂ ਨੂੰ ਜਾਂ ਜਿਹੜੀਆਂ ਬਿਜਲੀ ਕੰਪਨੀਆਂ ਨੇ ਉਹਨਾਂ ਨੂੰ ਪੈਸੇ ਮੁਹੱਈਆ ਉਹ ਕਰਾਉਂਦੇ ਰਹੇ ਔਰ ਖਜ਼ਾਨੇ ਦੀ ਲਗਾਤਾਰ ਲੁੱਟ ਹੁੰਦੀ ਰਹੀ। ਔਰ ਇਹੀ ਗੱਲ ਰੰਧਾਵਾ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਤਾਂ ਲੋਕ ਇਹ ਸਮਝ ਰਹੇ ਨੇ, ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਪੰਜਾਬ ਦੇ ਲੋਕ, ਪੰਜਾਬ ਦੇ ਬੱਚਾ ਇਸ ਵੇਲੇ ਸਮਝ ਰਿਹਾ ਕਿ ਕਿਵੇਂ ਬਿਜਲੀ ਦੇ ਨਾਂ ਦੇ ਉੱਤੇ, ਬਿਜਲੀ ਬਿੱਲਾਂ ਦੇ ਨਾਂ ਦੇ ਉੱਤੇ ਕਿਵੇਂ ਜਿਹੜਾ ਹੈਗਾ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਔਰ ਜਿਹੜੀ ਬਿਜਲੀ 4 ਰੁਪਏ ਜਾਂ 5 ਰੁਪਏ ਪ੍ਰਤੀ ਯੂਨਿਟ ਜਿਹੜੀ ਹੈਗੀ ਆ ਸੈਂਟਰ ਪੂਲ ਤੋਂ ਲਈ ਜਾ ਸਕਦੀ ਹੈ ਔਰ ਉਹ ਸੈਂਟਰ ਪੂਲ ਵਾਲੇ ਕਹਿੰਦੇ ਨੇ ਕਿ ਲਓ ਸਾਡੇ ਤੋਂ ਜਿੰਨੀ ਮਰਜ਼ੀ ਬਿਜਲੀ ਚਾਹੀਦੀ ਤੁਸੀਂ ਲੈ ਲਓ, ਪਰ ਇਹੀ ਬਿਜਲੀ ਜਿਹੜੀ ਹੈਗੀ ਹੈ ਸਾਡੇ ਉੱਤੇ 13-14 ਰੁਪਏ ਪਰ ਯੂਨਿਟ ਜਿਹੜੀ ਹੈਗੀ ਹੈ ਉਹ ਥੋਪੀ ਜਾ ਰਹੀ ਹੈ। ਸੋ ਇਹਦਾ ਨਤੀਜਾ ਤੁਸੀਂ ਅੱਜ ਦੀ ਵੀ ਜਿਹੜੀ ਨਿਊਜ਼ ਹੈ ਉਹ ਇਹੀ ਆ ਕਿ ਪਾਵਰ ਪਲਾਂਟ ਜਿਹੜੀ ਹੈਗੀ ਹੈ, ਜਿਹੜਾ ਸਾਡਾ ਸਰਕਾਰੀ ਪਲਾਂਟ ਹੈ, ਔਰ ਉਹਨਾਂ ਨੂੰ ਜੁਰਮਾਨਾ ਲੱਗਿਆ। ਔਰ ਇਸ ਲਈ ਜੁਰਮਾਨਾ ਲੱਗਿਆ ਕਿਉਂਕਿ ਉਹ ਕੋਲਾ ਜਿਹੜਾ ਹੈਗਾ ਬਾਹਰੋਂ ਮੰਗਵਾਇਆ ਜਾ ਰਿਹਾ। ਸੋ ਕਹਿਣ ਦਾ ਮਤਲਬ ਹੈ ਕਿ ਜਿੰਨਾ ਇਹਦੇ ਉੱਤੇ ਜੁਰਮਾਨਾ ਲੱਗੇਗਾ ਉਹ ਪਏਗਾ ਕਿਹਦੇ ਉੱਤੇ? ਉਹ ਤਾਂ ਹੈ ਨਹੀਂ ਕਿ ਕੰਪਨੀਆਂ ਦੇਣਗੀਆਂ ਜਾਂ ਸਰਕਾਰ ਦੇਗੀ, ਉਹ ਲੋਕਾਂ ਦੇ ਜੇਬਾਂ ਦੇ ਵਿੱਚੋਂ ਜਾਣਾ ਹੈ। ਉਹ ਸਾਰਾ ਪੈਸਾ ਹੁਣ ਤੱਕ ਵੀ ਗਿਆ ਹੈ, ਹੁਣ ਵੀ ਜਿਹੜਾ ਹੈਗਾ ਅੱਗੇ ਜਿੰਨਾ ਵੀ ਖਰਚਾ ਹੋਏਗਾ ਉਹ ਸਾਡੀਆਂ ਜੇਬਾਂ ਦੇ ਵਿੱਚੋਂ ਹੀ ਨਿਕਲੇਗਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਬਿਜਲੀ ਦੇ ਉੱਤੇ ਜਿਹੜੀ ਹੈਗੀ ਆ ਪੋਲਿਟਿਕਸ ਨਾ ਹੁੰਦੇ ਕਰਕੇ ਸਗੋਂ ਇਹਨੂੰ ਬਕਾਇਦਾ ਤੌਰ ਤੇ ਇਹਦੇ ਵਿੱਚ ਜੋ ਲੂਪ ਹੋਲਸ ਨੇ, ਜੋ ਇਹਦੀਆਂ ਕਮਜ਼ੋਰੀਆਂ ਨੇ, ਜੋ ਇਹਦੀਆਂ ਕਮੀਆਂ ਨੇ, ਉਹਨਾਂ ਨੂੰ ਦੂਰ ਕੀਤਾ ਜਾਏ ਔਰ ਸਸਤੀ ਬਿਜਲੀ ਜਿਹੜੀ ਹੈਗੀ ਆ, ਚਾਹੇ ਸਾਡੇ ਇੰਡਸਟਰੀਅਲਿਸਟ ਨੇ, ਚਾਹੇ ਸਾਡੇ ਆਮ ਖਪਤਕਾਰ ਨੇ, ਚਾਹੇ ਸਾਡੇ ਕਿਸਾਨ ਨੇ, ਉਹਨਾਂ ਨੂੰ ਸਸਤੀ ਬਿਜਲੀ ਜਿਹੜੀ ਹੈਗੀ ਆ, ਜਿਵੇਂ ਫ੍ਰੀ ਬਿਜਲੀ ਜਿਹੜੀ ਹੈਗੀ ਆ ਉਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਥੋੜੀ ਬਹੁਤ ਰਾਹਤ ਮਿਲ ਸਕੇ। ਕਿਉਂਕਿ ਇਸ ਵੇਲੇ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਆਮ ਬੰਦੇ ਦਾ ਜਿਹੜਾ ਹੈਗਾ ਕਚੂੰਬਰ ਨਿਕਲ ਚੁੱਕਿਆ ਹੈ। ਆਮ ਬੰਦੇ ਲਈ ਜਿਹੜੀ ਰੋਟੀ ਰੋਜ਼ੀ ਕਮਾਉਣੀ ਇਸ ਵੇਲੇ ਮੁਸ਼ਕਲ ਹੋ ਚੁੱਕੀ ਹੈ। ਖਾਸ ਤੌਰ ਤੇ ਪੰਜਾਬ ਦੇ ਵਿੱਚ ਤੁਸੀਂ ਵੀ ਦੇਖਿਆ ਹੋਏਗਾ ਕਿ ਕੱਲ 1150 ਪਟਵਾਰੀਆਂ ਦੀਆਂ ਪੋਸਟਾਂ ਨਿਕਲੀਆਂ ਔਰ ਉਹਦੇ ਲਈ 2.5 ਲੱਖ ਜਿਹੜੀ ਹੈਗੀ ਹੈ ਲਗਭਗ ਜਿਹੜੀ ਹੈਗੀ ਅਰਜ਼ੀ ਆਈ ਔਰ ਉਹਦੇ ਚੋਂ ਕਿੰਨਾ ਪੈਸਾ ਸਰਕਾਰ ਨੇ ਕਮਾਇਆ, ਕਿੰਨਾ ਸਰਕਾਰ ਦੇ ਖਾਤੇ 'ਚ ਗਿਆ ਔਰ ਉਹ ਆਪਾਂ ਜਾਣ ਸਕਦੇ ਹਾਂ। ਪਰ ਹੁਣ ਜੇ ਨਿਕਲਣਗੀਆਂ ਜਾਂ ਨਹੀਂ ਨਿਕਲਣਗੀਆਂ, ਉਹ ਕੀ ਬਣੇਗਾ ਉਹਨਾਂ ਪੋਸਟਾਂ ਦਾ, ਇਹ ਉਹਦੇ ਬਾਅਦ ਦੀ ਗੱਲ ਹੈ। ਪਰ ਇਸ ਵੇਲੇ ਜਿਹੜੀਆਂ ਸਰਕਾਰਾਂ ਨੇ ਉਹ ਕੋਈ ਸਿੰਸੀਅਰ ਨਜ਼ਰ ਨਹੀਂ ਆ ਰਹੀਆਂ, ਚਾਹੇ ਬਿਜਲੀ ਦਾ ਮਸਲਾ ਹੋਵੇ, ਚਾਹੇ ਰੁਜ਼ਗਾਰ ਦਾ ਮਸਲਾ ਹੋਵੇ ਜਾਂ ਕੋਈ ਹੋਰ ਮਸਲਾ ਹੋਵੇ। ਆਪਾਂ ਨੂੰ ਵੀ ਪਤਾ ਹੈ ਕਿ ਉਹ ਹਮੇਸ਼ਾ ਇਹਨਾਂ ਮੁੱਦਿਆਂ ਦੇ ਉੱਤੇ ਸਿਆਸਤ ਕਰ ਰਹੀਆਂ ਨੇ। ਇਹੀ ਗੱਲ ਰੰਧਾਵਾ ਸਾਹਿਬ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਿਆਸਤ ਨਹੀਂ ਕਰਨੀ ਚਾਹੀਦੀ, ਸਗੋਂ ਲੋਕਾਂ ਨੂੰ ਉਹਨਾਂ ਦੇ ਹੱਕ ਜਿਹੜੇ ਨੇ ਉਹ ਦੇਣੇ ਚਾਹੀਦੇ ਨੇ। ਜੀ ਸੁਖਵਿੰਦਰ ਜੀ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਵੱਡੀਆਂ ਖਬਰਾਂ ਤੇ ਅਸੀਂ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਏ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।